सत श्री अकाल दर्शकों, हैल्पलाइन दे इस प्रोग्राम विच तुहाडा स्वागत है। अज असीं आए हां विर्क हॉस्पिटल जलंधर विच, जिथे असीं तुहानूं मिलावांगे डॉक्टर SPS विर्क नाल, जो कि इस हॉस्पिटल दे डायरैक्टर हन। विर्क हॉस्पिटल उम्मीद है उन्हां बेऔलाद जोड़ियां दी जिन्हां नूं संतान प्राप्ति दा सुख प्राप्त नहीं हुंदा। डॉक्टर विर्क नूं इंडिया विच ही नहीं बल्कि बाहरले मुल्कां विच भी ऑनर दिता गया है ते इन्हां नूं डॉक्टर रॉबर्ट एडवर्ड, जिन्हां ने दुनिया नूं पहला टेस्ट ट्यूब बेबी दिता सी, उन्हां नाल भी काम करन दा मौका मिलिया है। डॉक्टर विर्क, तुहाडा बहुत-बहुत स्वागत है साडे इस प्रोग्राम विच। डॉक्टर विर्क, सब तो पहला साडे दर्शकां नूं तुसीं अपने हस्पताल बारे जानकारी दिओ। विर्क हॉस्पिटल जलंधर जो कि बेऔलादपन ਦੇ ਇਲਾਜ ਦੇ ਲਈ ਹਿੰਦੁਸਤਾਨ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਬੜਾ ਮਸ਼ਹੂਰ ਹੈ। ਇਹ ਅੱਜ ਤੋਂ ਕੋਈ 18 ਸਾਲ ਪਹਿਲਾਂ ਸਾਡੇ ਉੱਤਰੀ ਭਾਰਤ ਤੋਂ ਕਾਫੀ ਮਰੀਜ਼ ਬੰਬੇ ਸਾਈਡ ਵੱਲ, ਕੈਲਕਟਾ, ਦਿੱਲੀ ਜਾਂਦੇ ਸਨ ਬੇਔਲਾਦਪਨ ਦੇ ਇਲਾਜ ਦੇ ਲਈ। ਫਿਰ ਅਸੀਂ ਬੜੇ ਖੱਜਲ ਖੁਆਰ ਹੁੰਦੇ ਸਨ, ਉਹਨਾਂ ਨੂੰ ਪ੍ਰੋਬਲਮਸ ਬੜੀਆਂ ਆਉਂਦੀਆਂ ਸਨ। ਉੱਥੇ ਜਾ ਕੇ ਰਹਿਣਾ, ਸਾਰਾ ਸਿਸਟਮਸ ਉੱਥੋਂ ਦੇ ਕਿਰਾਏ 'ਤੇ ਹੋਟਲਾਂ 'ਚ ਰਹਿਣਾ, ਇਲਾਜ ਬੜੇ ਮਹਿੰਗੇ ਸਨ। ਫਿਰ ਅਸੀਂ ਸੋਚਿਆ ਵੀ ਕਿਉਂ ਨਾ ਉੱਤਰੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਅਤੇ ਜਲੰਧਰ ਦੇ ਵਿੱਚ ਕੋਈ ਐਸਾ ਇਨਫਰਟੀਲਿਟੀ ਸੈਂਟਰ ਖੋਲ੍ਹਿਆ ਜਾਵੇ ਜਿਹੜੇ ਕਿ ਇਹ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਬੰਬੇ, ਕੈਲਕਟਾ, ਬੈਂਗਲੌਰ ਜਾ ਰਹੇ ਆ, ਦਿੱਲੀ ਜਾ ਰਹੇ ਆ, ਉਹਨਾਂ ਨੂੰ ਅਸੀਂ ਇੱਥੇ ਹੀ ਉਹ ਸੁਵਿਧਾਵਾਂ ਪ੍ਰਾਪਤ ਕਰਵਾਈਏ ਜਿਹੜੀਆਂ ਕਿ ਉਸ ਇਹਨਾਂ ਸ਼ਹਿਰਾਂ ਦੇ ਵਿੱਚ ਮਿਲਦੀਆਂ। ਅਤੇ ਵਿਰਕ ਹੌਸਪੀਟਲ ਦੀ ਜਿਹੜੀ ਪਹਿਲੀ ਸਥਾਪਨਾ 18 ਸਾਲ ਪਹਿਲਾਂ ਇਸ ਕੇਂਦਰ ਦੀ ਹੋਈ ਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ 10,000 ਤੋਂ ਜ਼ਿਆਦਾ ਬੇਔਲਾਦ ਜੋੜਿਆਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾ ਚੁੱਕੇ ਹਾਂ, ਜਿਹੜਾ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਬੜੀ ਵੱਡੀ ਅਚੀਵਮੈਂਟ ਆ ਐਂਡ ਰਿਕਾਰਡ ਆ। ਸਾਡੇ ਕੇਂਦਰ ਜਿਹੜਾ ਹੈ ਇਸ ਵੇਲੇ ਹੁਣ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਸਟੇਟ ਆਫ ਦਾ ਆਰਟ ਸੈਂਟਰ ਦੀ ਕੈਟਾਗਰੀਜ਼ 'ਚ ਆ ਗਿਆ। ਵਿਰਕ ਹੌਸਪੀਟਲ ਜਲੰਧਰ ਨੂੰ ਜੇ ਗ੍ਰੇਡਿੰਗ ਕੀਤੀ ਜਾਵੇ ਤੇ ਜਿਹੜੇ ਵੀ ਸਾਡੇ ਇੱਥੋਂ ਦੀਆਂ ਸੰਸਥਾਵਾਂ ਆ ਜਿਨ੍ਹਾਂ ਨੇ ਕਿ ਹਿੰਦੁਸਤਾਨ ਦੇ 300 ਕੇਂਦਰ IVF ਸੈਂਟਰਸ ਹੈਗੇ ਆ ਜਿੱਥੇ ਬੇਔਲਾਦਪਨ ਦਾ ਇਲਾਜ ਹੁੰਦਾ ਆ, ਤੇ ਅਸੀਂ ਉਹ 300 ਦੇ ਵਿੱਚੋਂ ਪਹਿਲੇ 3 ਤੇ 5 ਦੇ ਵਿੱਚ ਸਾਡੀ ਗ੍ਰੇਡਿੰਗ ਹੁੰਦੀ ਹੈ। ਐਂਡ ਇਹ ਇੱਕਮਾਤਰ ਕੇਂਦਰ ਆ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਕਿ IVF ਟੈਸਟ ਟਿਊਬ ਬੇਬੀ ਜਿਹੜੀ ਵਿਧੀ ਆ ਉਹਦੇ ਵਾਸਤੇ ਵੇਟਿੰਗ ਲਿਸਟ ਆ ਸਾਡੇ ਕੇਂਦਰ ਦੇ ਵਿੱਚ। ਸਾਡੀ ਜਿਹੜੀ ਟੀਮ ਆ ਇਸ ਵੇਲੇ ਸਾਡੇ IVF ਸਪੈਸ਼ਲਿਸਟ ਨੇ ਡਾਕਟਰ ਅਨੁਪਮ ਚੋਪੜਾ, ਡਾਕਟਰ ਗੀਤਾ, ਡਾਕਟਰ ਹਰਪ੍ਰੀਤ ਔਜਲਾ, ਡਾਕਟਰ ਵਿਭਾ, ਸਾਡੇ ਐਂਡੋਸਕੋਪਿਕ ਸਰਜਨ ਨੇ ਡਾਕਟਰ ਬਖਸ਼ੀ, ਐਂਡ ਸਾਡੇ ਕੇਂਦਰ ਨੂੰ ਬਾਹਰਲੇ ਕੇਂਦਰਾਂ ਤੋਂ ਵਿੱਚੋਂ ਜਿਹੜੇ ਹਿੰਦੁਸਤਾਨੀ ਨਹੀਂ ਬਲਕਿ ਏਸ਼ੀਆ ਦੇ ਜਿਹੜੇ ਲੀਡਿੰਗ ਐਕਸਪਰਟਸ ਆ ਉਹਨਾਂ ਦੇ ਨਾਲ ਵੀ ਸਾਡਾ ਤਾਲਮੇਲ ਆ ਅਤੇ ਜਦੋਂ ਵੀ ਸਾਨੂੰ ਲੋੜ ਪੈਂਦੀ ਆ ਸਾਡੀ ਕੋਲੈਬੋਰੇਸ਼ਨ ਇਹਨਾਂ ਕੇਂਦਰਾਂ ਦੇ ਨਾਲ ਅਮਰੀਕਾ 'ਚ ਵੀ, ਇਜ਼ਰਾਈਲ 'ਚ ਤੇ ਬੰਬੇ ਦੇ ਜਿਹੜੇ ਟੌਪ ਰੈਂਕਿੰਗ IVF ਸਪੈਸ਼ਲਿਸਟ ਆ ਉਹਨਾਂ ਨਾਲ ਸਾਡਾ ਕੋਲੈਬੋਰੇਸ਼ਨਸ ਹੈਗੀ ਆ। ਜਦੋਂ ਵੀ ਸਾਨੂੰ ਲੋੜ ਪੈਂਦੀ ਆ ਵੇਟਿੰਗ ਲਿਸਟ ਕਰਕੇ ਸਾਨੂੰ ਕੇਸਿਸ ਦੀ ਇੰਨੀ ਮਾਤਰਾ ਹੁੰਦੀ ਆ ਵੀ ਸਾਨੂੰ ਉਹਨਾਂ ਨੂੰ ਵੀ ਬੁਲਾ ਕੇ ਇੱਥੇ ਉਹ ਸੁਵਿਧਾਵਾਂ ਜਿਹੜੀਆਂ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਉਹ ਅਸੀਂ ਆਪਣੇ IVF ਸੈਂਟਰ ਦੇ ਰਾਹੀਂ ਇੱਥੋਂ ਦੇ ਮਰੀਜ਼ਾਂ ਨੂੰ ਮੁਹੱਈਆ ਕਰਵਾਈ ਦੀ ਹੈ। डॉक्टर साहब, हुण तुसीं सानूं इक्सी विधि बारे भी थोड़ा जिहा चानना पाओ। ਇਹ ਵਿਧੀ ਹਿੰਦੁਸਤਾਨ ਦੇ ਵਿੱਚ ਕੋਈ 15 ਸਾਲ ਪਹਿਲਾਂ ਆਈ ਸੀ ਅਤੇ ਸਾਡੇ ਕੇਂਦਰ ਦੇ ਵਿੱਚ 11 ਸਾਲ ਪਹਿਲਾਂ ਅੱਜ ਤੋਂ 1999 'ਚ ਆਈ ਸੀ। ਮੈਨੂੰ ਇਹ ਦੱਸਦਿਆਂ ਹੋਇਆਂ ਬੜੀ ਖੁਸ਼ੀ ਹੋ ਰਹੀ ਆ ਬਈ ਪੰਜਾਬ ਦੀ ਪਹਿਲੀ ਇਕਸੀ ਬੇਬੀ ਸਾਡੇ ਕੇਂਦਰ ਵਿਰਕ ਹੌਸਪੀਟਲ ਨੇ ਦਿੱਤੀ ਆ। ਇਕਸੀ ਵਿਧੀ ਉਹਨਾਂ ਮਰੀਜ਼ਾਂ ਦੇ ਵਿੱਚ ਅਪਣਾਈ ਜਾਂਦੀ ਆ ਜਿੱਥੇ ਕਿ ਫਰਟੀਲਾਈਜੇਸ਼ਨ ਰੇਟ ਪੂਅਰ ਹੋਵੇ, ਸ਼ੁਕਰਾਣੂ ਦਾ ਐਗਸ ਦੇ ਨਾਲ, ਸਪਰਮ ਦਾ ਐਗਸ ਦੇ ਨਾਲ ਜਿਹੜਾ ਐਂਟਰ ਹੋਣਾ ਐਗ 'ਚ ਉਹ ਰੇਟ ਪੂਅਰ ਆ, ਪੂਅਰ ਫਰਟੀਲਾਈਜੇਸ਼ਨ ਰੇਟ, ਉੱਥੇ ਇਕਸੀ ਵਿਧੀ ਅਪਣਾਈ ਜਾਂਦੀ ਹੈ। ਦੂਸਰਾ ਉਹਨਾਂ ਕੇਸਿਸ ਦੇ ਵਿੱਚ ਜਿੱਥੇ ਸਪਰਮ ਕਾਊਂਟ ਬੜਾ ਪੂਅਰ ਹੋਵੇ, ਸ਼ੁਕਰਾਣੂ ਦੀ ਮਾਤਰਾ ਹੀ ਇੰਨੀ ਘੱਟ ਆ ਵੀ ਉਹ IVF ਵਿਧੀ ਦੇ ਵਿੱਚ ਵੀ ਨਹੀਂ ਜਾ ਸਕਦਾ, IUI ਵਿਧੀ ਵਿੱਚ ਵੀ ਨਹੀਂ ਜਾ ਸਕਦਾ, ਉਹਨੂੰ ਫਿਰ ਅਸੀਂ ਇਕਸੀ ਵਿਧੀ ਰਾਹੀਂ ਉਹਨਾਂ ਦੇ ਸੰਤਾਨ ਸੁੱਖ ਦੀ ਪ੍ਰਾਪਤੀ ਕਰਾਈ ਦੀ ਆ। ਇਸ ਇਕਸੀ ਵਿਧੀ ਦਾ ਇਸਤੇਮਾਲ ਇੱਕ ਹੋਰ ਬੜੀ ਵਧੀਆ ਜਗ੍ਹਾ 'ਤੇ ਵੀ ਹੁੰਦਾ ਆ ਜਿੱਥੇ ਕਿ ਪਹਿਲਾਂ ਮਰੀਜ਼ਾਂ ਨੂੰ ਡੋਨਰ ਸਪਰਮਸ 'ਤੇ ਜਾਣਾ ਪੈਂਦਾ ਸੀ, ਲੇਕਿਨ ਇਕਸੀ ਵਿਧੀ ਦੇ ਆਉਣ ਦੇ ਨਾਲ ਹੁਣ ਉਹੀ ਮਰੀਜ਼ ਜਿਹੜੇ ਪਹਿਲਾਂ ਡੋਨਰ ਸਪਰਮ ਪ੍ਰੋਗਰਾਮ 'ਤੇ ਜਾਂਦੇ ਸਨ ਵੀ ਸ਼ੁਕਰਾਣੂ ਬਾਹਰੋਂ ਲੈਣੇ, ਉਹ ਹੁਣ ਆਪਣੇ ਹੀ ਸ਼ੁਕਰਾਣੂਆਂ ਨਾਲ ਉਹਨਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਆ। ਉਹ ਮਰੀਜ਼ ਜਿੱਥੇ ਸ਼ੁਕਰਾਣੂ ਦੀ ਮਾਤਰਾ ਨਿਲ ਆ
ਉਹਨਾਂ ਦੇ ਸੀਮਨ ਦੇ ਵਿੱਚ, ਲੇਕਿਨ ਜਦੋਂ ਅਸੀਂ ਉਹਨਾਂ ਦੇ ਟੈਸਟਿਸ ਦੇ ਵਿੱਚ ਅੰਡਕੋਸ਼ 'ਚ ਅਸੀਂ ਨੀਡਲ ਪਾ ਕੇ ਦੇਖੀਏ ਤੇ ਸਾਨੂੰ ਉੱਥੇ ਸ਼ੁਕਰਾਣੂ ਮਿਲ ਜਾਂਦੇ ਆ। ਇਹਨੂੰ ਫਿਰ ਅਸੀਂ ਟੀਜ਼ਾ ਕਹੀਦਾ ਆ, ਟੈਸਟੀਕੂਲਰ ਸਪਰਮ ਐਸਪੀਰੇਸ਼ਨ। 3 ਵਿਧੀਆਂ ਆ ਜਿਹਦੇ ਰਾਹੀਂ ਅਸੀਂ ਟੈਸਟਿਸ ਚੋਂ ਸਪਰਮਸ ਕੱਢ ਸਕਦੇ ਆ, ਟੀਜ਼ਾ, ਮੀਜ਼ਾ ਐਂਡ ਪੀਜ਼ਾ। ਇਹ ਤਿੰਨੋਂ ਵਿਧੀਆਂ ਰਾਹੀਂ ਅਸੀਂ ਟੈਸਟਿਸ ਚੋਂ ਸਪਰਮਸ ਕੱਢ ਕੇ ਨੀਡਲ ਰਾਹੀਂ ਅਸੀਂ ਉਹਨੂੰ ਇਕਸੀ ਵਿਧੀ ਰਾਹੀਂ ਉਸ ਪੇਸ਼ੈਂਟ ਦੇ ਵਾਈਫ ਦੇ ਅੰਡਿਆਂ ਦੇ ਨਾਲ ਫਰਟੀਲਾਈਜ਼ ਕਰਕੇ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾਈ ਦੀ। ਇਕਸੀ ਵਿਧੀ ਦੇ ਵਿੱਚ ਵੀ ਅਸੀਂ ਉਸ ਨਾਲ ਹੀ, ਜਿਸ ਨਾਲ IVF ਆ ਉਹਦੇ ਉਸ ਨਾਲ ਹੀ ਇਹਦੇ ਵਿੱਚ ਅਸੀਂ ਉਸ ਲੇਡੀ ਦੇ ਅੰਡੇ ਬਣਾਈਦੇ। ਅੰਡੇ ਬਣਾ ਕੇ ਉਹਨਾਂ ਨੂੰ ਇੱਕ ਇੱਕ ਕਰਕੇ ਅੰਡਿਆਂ ਨੂੰ ਸਾਡੇ IVF ਥੀਏਟਰ 'ਚ ਕੱਢਿਆ ਜਾਂਦਾ ਹੈ ਐਂਡ ਹਸਬੈਂਡ ਦੇ ਸਪਰਮਸ ਜੇ ਮਿਲ ਜਾਣ ਉਹਦੇ ਸੀਮਨ ਦੇ ਵਿੱਚ ਤੇ ਉਹਦੇ ਰਾਹੀਂ ਇਕਸੀ ਕਰੀਦੀ ਆ। ਐਂਡ ਇਹਦੇ ਵਿੱਚ ਇੱਕ ਅੰਡਾ ਲੈ ਕੇ ਉਹਦੇ ਵਿੱਚ ਤੁਸੀਂ ਦੇਖੋਗੇ ਇਸ ਵੀਡੀਓ ਦੇ ਵਿੱਚ ਕਿ ਇੱਕ ਅੰਡੇ ਦੇ ਵਿੱਚ ਅਸੀਂ ਇੱਕ ਸਪਰਮ ਇੰਜੈਕਸ਼ਨ ਪਿਪਟ ਦੇ ਵਿੱਚ ਪਾ ਕੇ ਉਹਨੂੰ ਅਸੀਂ ਇੰਜੈਕਟ ਕਰੀਦਾ ਆ ਐਗ ਦੇ ਵਿੱਚ। ਜਿੱਥੇ ਸਪਰਮ ਸੀਮਨ ਦੇ ਵਿੱਚ ਮਿਲ ਜਾਣ ਅਸੀਂ ਉੱਥੋਂ ਸੀਮਨ ਚੋਂ ਸਪਰਮਸ ਕੱਢ ਲਈਦੇ ਆ, ਤੇ ਜਿੱਥੇ ਸੀਮਨ 'ਚ ਨਿਲ ਆ ਤੇ ਟੈਸਟਿਸ 'ਚ ਨੀਡਲ ਪਾ ਕੇ ਕੱਢ ਕੇ ਅਸੀਂ ਉਹਨੂੰ ਇਕਸੀ ਵਿਧੀ ਰਾਹੀਂ ਉਸ ਮਰੀਜ਼ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾਈ ਦੀ ਆ। ਬਹੁਤ ਹੀ ਅੰਤਰਰਾਸ਼ਟਰੀ ਅਤੇ ਕ੍ਰਾਂਤੀਕਾਰੀ ਵਿਧੀ ਆ। ਮੈਨੂੰ ਇਹ ਦੱਸਦਿਆਂ ਹੋਇਆਂ ਬੜੀ ਖੁਸ਼ੀ ਹੋ ਰਹੀ ਹੈ ਵੀ ਇਕਸੀ ਦੇ ਵਿੱਚ ਸਾਡੇ ਕੇਂਦਰ ਦੇ ਰਿਜ਼ਲਟਸ ਇਸ ਵੇਲੇ ਉੱਤਰੀ ਭਾਰਤ ਦੇ ਵਿੱਚ ਤੇ ਅਸੀਂ ਨੰਬਰ 1 ਹੀ ਆ। ਹਿੰਦੁਸਤਾਨ ਦੇ ਵਿੱਚ ਵੀ ਅਸੀਂ ਇਕਸੀ ਵਿਧੀ ਰਾਹੀਂ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਮਰੀਜ਼ਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾਈ ਆ। ਸਾਡਾ ਜਿਹੜਾ ਇਕਸੀ ਲੈਬ ਆ ਇਹ ਫਰਨਿਸ਼ਡ ਆ ਬਾਏ 7 CO2 ਇਨਕਿਊਬੇਟਰਸ। ਜਿਹੜੇ ਬੈਸਟ CO2 ਇਨਕਿਊਬੇਟਰਸ ਆ ਮਿੰਕ ਦੇ, ਉਹ ਸਾਡੇ ਕੇਂਦਰ ਦੇ ਵਿੱਚ ਸਾਡੇ ਕੋਲ 2 ਨੇ। 4 ਸਾਡੇ ਕੋਲ ਹੈਰਸਲ ਦੇ ਇਨਕਿਊਬੇਟਰਸ ਆ, ਗਲੈਕਸੀ ਦੇ ਇਨਕਿਊਬੇਟਰਸ ਆ। ਜਿੰਨੇ ਤੁਸੀਂ ਜ਼ਿਆਦਾ ਇੱਕ ਮਾਤਰ ਕੇਂਦਰ ਆ ਜਿੱਥੇ ਹਿੰਦੁਸਤਾਨ 'ਚ ਜਿੱਥੇ 7 CO2 ਇਨਕਿਊਬੇਟਰ ਨਾਲ ਅਸੀਂ ਬੇਔਲਾਦ ਜੋੜਿਆਂ ਦਾ ਇਲਾਜ ਆਪਣੇ IVF ਤੇ ਇਕਸੀ ਲੈਬ ਦੇ ਵਿੱਚ ਕਰ ਰਹੇ। ਡਾਕਟਰ ਸਾਹਿਬ ਤੁਸੀਂ ਬੜੇ ਹੀ ਵਧੀਆ ਢੰਗ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਤੇ ਹੁਣ ਮੈਂ ਚਾਹਾਂਗੀ ਕਿ ਤੁਸੀਂ ਬੇਔਲਾਦ ਜੋੜਿਆਂ ਨੂੰ ਕੋਈ ਮੈਸੇਜ ਦਿਓ। ਮੇਰੀ ਇਹ ਹਦਾਇਤ ਆ ਵੀ ਜਦੋਂ ਵੀ ਪੇਸ਼ੈਂਟ ਨੇ ਕਿਸੇ ਕੇਂਦਰ ਦੀ ਜੇ ਚੋਣ ਕਰ ਲਈ ਹੈ ਤਾਂ ਸਭ ਤੋਂ ਪਹਿਲਾਂ ਉੱਥੋਂ ਦੇ ਜਿਹੜੇ ਐਕਸਪਰਟਸ ਨੇ ਉਹਨਾਂ ਦੇ ਨਾਲ ਜੇ ਉਹਨਾਂ ਨੂੰ ਟੈਲੀਫੋਨ ਨੰਬਰ ਮਿਲਦਾ ਆ ਤਾਂ ਉਹਨਾਂ ਨਾਲ ਕੰਟੈਕਟ ਕਰਨ। ਬਾਹਰਲੇ ਮੁਲਕਾਂ ਦੇ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਇਹ ਹਦਾਇਤ ਆ ਵੀ ਉਹ ਈਮੇਲ ਰਾਹੀਂ, ਟੈਲੀਫੋਨ ਰਾਹੀਂ, ਮੋਬਾਈਲ ਰਾਹੀਂ ਆਪਣੀਆਂ ਸਾਰੀਆਂ ਰਿਪੋਰਟਸ ਵੀ ਸਾਡੇ ਕੋਲੋਂ ਭੇਜ ਸਕਦੇ ਨੇ, ਫੈਕਸ ਰਾਹੀਂ ਤੇ ਈਮੇਲ ਰਾਹੀਂ। ਐਂਡ ਸਾਡੇ ਕੋਲ ਅਪਾਇੰਟਮੈਂਟ ਲੈ ਕੇ ਤੇ ਆਉਣ ਤਾਂ ਕਿ ਉਹਨਾਂ ਨੂੰ ਕੋਈ ਵੇਟਿੰਗ ਦੇ ਵਿੱਚ ਨਾ ਜਾਣਾ ਪਵੇ। ਇਹ ਪੇਸ਼ੈਂਟਸ ਆਪਣੇ ਸੈਂਟਰ ਦੇ ਵਿੱਚ ਆ ਕੇ ਕਾਉਂਸਲਿੰਗ ਕਰਾ ਕੇ ਤੇ ਬੈਸਟ ਟੈਕਨੀਕ ਦੀ ਚੋਣ ਕਰਕੇ ਸੰਤਾਨ ਸੁੱਖ ਦੀ ਪ੍ਰਾਪਤੀ ਕਰਨ। ਕਿਸੇ ਹਕੀਮ ਜਾਂ ਬਾਬਿਆਂ ਕੋ ਜਾਂ ਡੇਰਿਆਂ ਤੇ ਜਾ ਕੇ ਤੇ ਗਲਤ ਤਰੀਕਿਆਂ ਦੇ ਨਾਲ ਬੇਔਲਾਦਪਨ ਦਾ ਇਲਾਜ ਕਰਾਉਣਾ ਠੀਕ ਨਹੀਂ ਹੈਗਾ। ਜੇ ਜਾਣਾ ਹੈ ਤੇ ਕਿਸੇ ਟੌਪ ਰੈਂਕਿੰਗ ਇਨਫਰਟੀਲਿਟੀ ਸੈਂਟਰ ਜਾਓ। ਹਰ ਕੇਂਦਰ ਦੇ ਵਿੱਚ ਹਰ ਵਰਗ ਦੇ ਲੋਕਾਂ ਵਾਸਤੇ ਇਲਾਜ ਦੀ ਪ੍ਰਣਾਲੀ ਆ। ਸਾਡਾ ਜਿਹੜਾ ਕੇਂਦਰ ਆ ਇੱਥੇ ਮੈਂ ਇਹ ਦੱਸਦਿਆਂ ਹੋਇਆਂ ਮਰੀਜ਼ ਆਪਣੇ ਦੇਖਣ ਵਾਲਿਆਂ ਨੂੰ ਕਲੀਅਰ ਕਰ ਦਵਾਂ ਕਿ ਇੱਥੇ ਇਹ ਇੰਪ੍ਰੈਸ਼ਨ ਨਾ ਲੈਣ ਕਿ ਸਾਡੇ ਇਲਾਜ ਬੜੇ ਮਹਿੰਗੇ ਆ। 60% ਮਰੀਜ਼ ਇੱਦਾਂ ਦੇ ਆ ਜਿਨ੍ਹਾਂ ਨੂੰ ਅਸੀਂ ਇੱਕ ਸਧਾਰਨ ਵਿਧੀ IUI ਨਾਲ 10 ਤੋਂ 15 ਹਜ਼ਾਰ ਦੇ ਵਿੱਚ ਹੀ ਉਹਨਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾਈ ਦੀ। 30 to 40% ਪੇਸ਼ੈਂਟਸ ਆ ਜਿਨ੍ਹਾਂ ਨੂੰ ਮਹਿੰਗੀਆਂ ਟੈਕਨੀਕਸ ਜਿਸ ਨਾਲ IVF ਜਾਂ ਇਕਸੀ ਆ ਉਹਦੇ ਉੱਤੇ ਜਾਣਾ ਚਾਹੀਦਾ ਆ। ਕਾਫੀ ਮਰੀਜ਼ ਡਰਦੇ ਮਾਰੇ ਕਿ ਇਲਾਜ ਬੜੇ ਮਹਿੰਗੇ ਆ, ਉਹ ਆਉਂਦੇ ਨਹੀਂ ਆ। ਮੇਰੀ ਉਹਨਾਂ ਨੂੰ ਇਹੀ ਮਸ਼ਵਰਾ ਆ ਮੇਰਾ ਕਿ ਉਹ ਜ਼ਰੂਰ ਇੱਕ ਵਾਰੀ ਕਿਸੇ ਚੰਗੇ ਕੇਂਦਰ ਦੇ ਵਿੱਚ ਜਾਂ ਸਾਡੇ ਕੇਂਦਰ ਦੇ ਵਿੱਚ ਆ ਕੇ ਪੂਰੀ ਇਨਫੋਰਮੇਸ਼ਨ ਲੈਣ ਐਂਡ ਇਲਾਜ ਕਰਾਉਣ ਤੇ ਸੰਤਾਨ ਸੁੱਖ ਦੀ ਪ੍ਰਾਪਤੀ ਕਰਨ। ਦਰਸ਼ਕੋ ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।